कि ਉਹ ਇੱਥੇ ਬੈਠੇ ਬਿਠਾਏ ਉਸ ਝਗੜੇ ਦੇ ਨਾਲ ਫਾਈਟ ਕਰ ਸਕਦੇ ਨੇ। ਕੋਈ NRI ਗਰੂਮ ਇੰਡੀਆ ਆਉਂਦਾ ਹੈ ਤੇ ਵਿਆਹ ਕਰਵਾਉਂਦਾ ਹੈ ਤੇ ਵਾਪਸ ਚਲਿਆ ਜਾਂਦਾ ਹੈ। ਬਹੁਤ ਸਾਰੇ ਜਿਹੜੇ NRIs ਜਿਹੜੇ ਇਸ ਕੇਸ ਦੇ ਰਿਗਾਰਡਿੰਗ ਹੈਗਾ ਉਹਨਾਂ ਦੇ ਪਾਸਪੋਰਟਸ ਵੀ ਸਸਪੈਂਡ ਕੀਤੇ ਗਏ ਨੇ, ਰਿਵੋਕ ਕੀਤੇ ਗਏ ਨੇ। NRIs ਦੇ ਲਈ ਕੁਝ ਸਪੈਸ਼ਲ ਸਪੀਡੀ ਜਿਹੜਾ ਹੈਗਾ ਇੱਥੇ ਕਾਨੂੰਨ ਵੱਲੋਂ ਕੁਝ ਕੀਤਾ ਜਾਂਦਾ ਹੈ। ਹਿੰਦੁਸਤਾਨ ਦੇ ਜਿਹੜਾ ਲੀਗਲ ਸਿਸਟਮ ਹੈ ਉਹਦੀ ਲੋੜ ਉਹਨਾਂ ਨੂੰ ਪੈਂਦੀ ਰਹਿੰਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਗੁੱਡ ਮਾਰਨਿੰਗ, ਆਦਾਬ ਤੇ ਨਮਸਤੇ। ਦੋਸਤੋ, ਤੁਹਾਨੂੰ ਪਤਾ ਹੈ ਕਿ ਹਨੀ ਵਾਲੀਆ ਸ਼ੋਜ਼ ਦੇ ਉੱਤੇ ਅਸੀਂ ਅਲੱਗ-ਅਲੱਗ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ। ਅਸੀਂ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਸਾਡੇ ਐਲਬਰਟਾ ਦੇ ਜਿੰਨੇ ਵੀ ਵਿਊਅਰਸ ਨੇ ਉਹ ਸਾਨੂੰ ਪਿਆਰ ਦੇ ਰਹੇ ਹੈ। ਇਹਦੇ ਵਿੱਚ ਇੱਕ ਦਫਾ ਦੱਸ ਦੇਣਾ ਚਾਹਨਾ ਕਿ ਦੋਸਤੋ ਅਸੀਂ ਇਹ ਨਾ ਪ੍ਰੋਗਰਾਮਾਂ ਦੇ ਰਾਹੀਂ ਕਿਸੇ ਦੇ ਵੀ ਬਾਰੇ ਜਾਂ ਗਲਤ ਜਾਂ ਕਿਸੇ ਦੇ ਵੀ ਬਾਰੇ ਸਹੀ ਸਲਾਹ ਦੀ ਜਗ੍ਹਾ ਅਸੀਂ ਆਪਣੇ ਵਿਊਜ਼, ਅਸੀਂ ਆਪ ਦਾ ਐਕਸਪੀਰੀਅੰਸ ਤੁਹਾਡੇ ਦਰਸ਼ਕਾਂ ਤੱਕ ਸ਼ੇਅਰ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਦੋਸਤੋ ਬਹੁਤ ਖਾਸ ਹੈ ਕਿ ਅਸੀਂ ਅੱਜ ਗੱਲਬਾਤ ਕਰਨ ਲੱਗੇ ਹਾਂ ਖਾਸ ਕਰਕੇ NRIs ਲਿਟੀਗੇਸ਼ਨ ਜਿਹੜੀਆਂ ਲੀਡਸ ਦੀ ਗੱਲ ਹੁੰਦੀ ਹੈ ਵੀ ਜਿਹੜੇ NRIs ਦੇ ਨਾਲ ਕੋਈ ਨਾ ਕੋਈ ਧੋਖਾਧੜੀ ਹੋ ਜਾਂਦੀ ਹੈ ਉਹਨਾਂ ਦੀ ਬੈਕ ਹੋਮ ਕੰਟਰੀ ਦੇ ਵਿੱਚ ਗੱਲ ਕਰੀਏ, ਕਿਤੇ ਨਾ ਕਿਤੇ ਜ਼ਮੀਨਾਂ ਦੇ ਨਾਲ ਉਹਨਾਂ ਦੇ ਜਿਹੜੇ ਝਗੜੇ ਚੱਲ ਰਹੇ ਹੁੰਦੇ ਨੇ ਜਾਂ ਕੋਈ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਲੜਾਈ ਝਗੜੇ, ਡਿਵੋਰਸਿਸ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ, ਕਿਉਂਕਿ ਅਸੀਂ ਦੂਰ ਦੁਰਾਡੇ ਇੱਥੇ ਆਏ ਹੁੰਨੇ ਆ ਕਮਾਈਆਂ ਦੇ ਸਾਧਨ ਕਰਨ ਲਈ ਆਏ ਹੁੰਨੇ ਆ, ਲੇਕਿਨ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਸਾਨੂੰ ਕਿਤੇ ਨਾ ਕਿਤੇ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ। ਸਾਡੀ ਬੈਕ ਹੋਮ ਦੇ ਵਿੱਚ, ਬੈਕ ਹੋਮ ਕੰਟਰੀ ਦੇ ਵਿੱਚ ਸਾਨੂੰ ਕੋਈ ਕੇਸਿਸ ਦੀ ਗੱਲ ਹੁੰਦੀ ਹੈ, ਸਾਨੂੰ ਉੱਥੇ ਲੀਗਲ ਸਰਵਿਸਿਜ਼ ਦੀ ਗੱਲ ਹੁੰਦੀ ਹੈ ਵੀ ਅਸੀਂ ਉੱਥੇ ਲੀਗਲ ਸਰਵਿਸਿਜ਼ ਲੈਣੀਆਂ ਨੇ, ਕਿੱਦਾਂ ਲੈ ਸਕਦੇ ਹਾਂ। ਉਹਦੇ ਲਈ ਅੱਜ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸਾਡੇ ਬਹੁਤ ਹੀ ਮਾਨਯੋਗ ਸਾਡੇ ਜਿਹੜੇ ਗੈਸਟ ਨੇ ਮਿਸਟਰ ਗੁਰਦੀਪ ਇੰਦਰ ਸਿੰਘ ਢਿੱਲੋਂ ਜੀ, ਜਿਹੜੇ ਕਿ ਐਡਵੋਕੇਟ ਐਂਡ ਲੀਗਲ ਕੰਸਲਟੈਂਟ ਨੇ ਸੁਪਰੀਮ ਕੋਰਟ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ। ਤਾਂ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਨੀ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਗੁਰਦੀਪ ਇੰਦਰ ਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸ਼ੁਰੂਆਤ ਹੀ ਮੈਂ ਇਹ ਕਰਨਾ ਚਾਹੁੰਦਾ ਹਾਂ ਬਈ ਤੁਹਾਡਾ ਐਕਸਪੀਰੀਅੰਸ ਦੀ ਗੱਲ ਕਰੀਏ, ਤੁਹਾਡੀ ਆਪ ਦੀ ਨੌਲੇਜ ਦੀ ਗੱਲ ਕਰ ਲਈਏ ਜਾਂ ਤੁਹਾਡੀ ਸਰਵਿਸਿਜ਼ ਦੀ ਗੱਲ ਕਰ ਲਈਏ, ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਸਪੈਸ਼ਲੀ ਸਾਡੇ NRI ਭਰਾਵਾਂ ਦੇ ਲਈ ਕਿਸ ਤਰ੍ਹਾਂ ਦੀ ਸਰਵਿਸਿਜ਼, ਕਿਸ ਤਰ੍ਹਾਂ ਦੀ ਇੱਕ ਹੈਲਪ ਜਾਂ ਕੀ ਜਿਹੜੀ ਹੈਗੀ ਹੈ ਤੁਹਾਡੀ ਇੱਕ ਜਿਹੜੀ ਇੱਕ ਤੁਸੀਂ ਲੋਕਾਂ ਦੇ ਲਈ ਹੈਲਪ ਕਰ ਰਹੇ ਹੋ ਜਾਂ ਕਰ ਸਕਦੇ ਹੋ? ਦੇਖੋ ਹਨੀ ਜੀ, NRI ਭਰਾਵਾਂ ਦੀ ਜਿੱਥੇ ਤੱਕ ਗੱਲ ਹੈਗੀ ਹੈ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਐਸੇ ਲੋਕ ਹੈਗੇ ਨੇ ਜਿਹੜੇ ਹਿੰਦੁਸਤਾਨ ਛੱਡ ਕੇ ਗਏ ਨੇ ਫॉर ਵੇਰੀਅਸ ਰੀਜ਼ਨਸ, ਫॉर ਬੈਟਰ ਪਾਸਚਰਸ, ਫॉर ਬੈਟਰ ਓਪਰਚੁਨਿਟੀਜ਼। ਕੋਈ ਕੈਨੇਡਾ ਬੈਠਾ ਹੈ ਤੇ ਕੋਈ ਅਮਰੀਕਾ ਹੈਗਾ, ਕੋਈ ਇੰਗਲੈਂਡ ਹੈਗਾ। ਤੇ ਹੁਣ ਤੋਂ ਨਹੀਂ, ਜੇ ਆਪਾਂ ਗੱਲ ਕਰੀਏ ਤੇ ਪੰਜਾਬੀਆਂ ਦਾ ਇਤਿਹਾਸ ਲਈਏ, ਜਦੋਂ ਰੇਲ ਰੋਡ ਕੰਸਟਰਕਸ਼ਨ ਹੋ ਰਹੀ ਸੀਗੀ ਅਮਰੀਕਾ 'ਚ ਤਕਰੀਬਨ 125 ਸਾਲ ਪਹਿਲਾਂ, ਉਹਨਾਂ ਤੋਂ ਪੰਜਾਬੀ ਜਿਹੜੇ ਹੈਗੇ ਨੇ ਉੱਥੇ ਜਾ ਕੇ ਵਸਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। ਤੇ ਗੱਲ ਇੱਥੇ ਤੱਕ ਵੀ ਜਿਹਨੂੰ ਮੈਂ ਇਹਨੂੰ ਇੱਕ ਆਪਾਂ ਕਹਿੰਦੇ ਹਾਂ ਵੀ ਕੰਪਰੈਸ ਕਰਨਾ ਚਾਹਾਂਗਾ ਕਿ ਹਿੰਦੁਸਤਾਨ ਉਹਨਾਂ ਨੇ ਜਿਹੜਾ ਹੈਗਾ ਵੀ ਦਿਲੋਂ ਨਹੀਂ ਛੱਡਿਆ। ਅਜੇ ਵੀ ਕੁਛ ਨਾ ਕੁਛ ਜਿਹੜਾ ਹੈਗਾ ਉਹਨਾਂ ਦਾ ਇੱਕ ਜਿਹਨੂੰ ਕਹਿੰਦੇ ਆ ਰੂਟਸ ਹਿੰਦੁਸਤਾਨ ਦੇ ਵਿੱਚ ਹੈਗੀਆਂ ਨੇ, ਚਾਹੇ ਇਨ ਦਾ ਸ਼ੇਪ ਆਫ ਐਨਸੈਸਟਰਲ ਹੋਮ ਹੋਵੇ, ਚਾਹੇ ਇਨ ਦਾ ਸ਼ੇਪ ਆਫ ਐਗਰੀਕਲਚਰਲ ਪ੍ਰਾਪਰਟੀ ਹੋਵੇ, ਚਾਹੇ ਉਹਨਾਂ ਦੇ ਭਾਈ ਭੈਣ ਇੱਥੇ ਜਿਹੜੇ ਵਸਦੇ ਨੇ ਉਹ ਹੋਣ, ਚਾਹੇ ਉਹਨਾਂ ਦੇ ਬਾਲ ਬੱਚੇ ਜਿਹੜੇ ਹੁਣ ਨੈਕਸਟ ਜਨਰੇਸ਼ਨ ਹੈ ਉਹਨਾਂ ਦੇ ਜਿਹੜੇ ਵੀ ਵਿਆਹ ਸ਼ਾਦੀਆਂ ਹੋਈਆਂ ਨੇ ਉਹ ਇੱਥੇ ਪੰਜਾਬ 'ਚ ਆ ਕੇ ਹੋਈਆਂ ਨੇ। ਕੋਈ ਨਾ ਕੋਈ ਲਿੰਕ ਜਿਹੜਾ ਹੈਗਾ ਹੈ ਉਹ ਉਹਨਾਂ ਦਾ ਪੰਜਾਬ ਨਾਲ ਅੱਜ ਵੀ ਜੁੜਿਆ ਹੋਇਆ ਹੈਗਾ। ਜੇ ਕੋਈ ਨਾ ਕੋਈ ਲਿੰਕ ਹੈਗਾ ਤੇ ਕਿਤੇ ਨਾ ਕਿਤੇ ਤਾਂ ਜਾ ਕੇ ਜਿਹਨੂੰ ਆਪਾਂ ਕਹਿੰਦੇ ਆ ਵੀ ਕਿਤੇ ਨਾ ਕਿਤੇ ਜਿਹੜੇ ਡਿਸਪਿਊਟਸ ਵੀ ਅਰਾਈਜ਼ ਹੁੰਦੇ ਨੇ, ਉਹ ਜਿਹੜੇ ਡਿਸਪਿਊਟਸ ਹੈਗੇ ਨੇ ਜੀ, it can be related to property, it can be related to matrimony। ਤੇ ਸਭ ਤੋਂ ਵੱਡਾ ਜਿਹੜਾ ਆਪਾਂ ਡਿਸਪਿਊਟ ਜਿਹੜਾ ਅੱਜ ਦੀ ਡੇਟ 'ਚ ਹੈਗਾ ਨਾ ਜੀ, ਉਹਨੂੰ ਜਿਹਨੂੰ ਆਪਾਂ ਵੀ ਪੰਜਾਬੀ ਲੈਂਗੁਏਜ 'ਚ ਹੁਣ ਤਾਂ ਮੈਨੂੰ ਲੱਗਦਾ ਵੀ ਆਪਾਂ ਕਹੀਏ ਵੀ ਇੱਕ ਡਿਕਸ਼ਨਰੀ 'ਚ ਹੀ ਵਰਡ ਆ ਗਿਆ, ਕਬੂਤਰਬਾਜ਼ੀ। ਤੇ ਜਿਹੜੇ ਇੱਥੇ ਨੌਜਵਾਨਾਂ ਨਾਲ ਧੋਖੇ ਧੜੀਆਂ ਹੁੰਦੀਆਂ ਨੇ ਇੱਥੋਂ ਦੂਜੇ ਕੰਟਰੀਜ਼ 'ਚ ਭੇਜਣ ਵਾਸਤੇ, ਜਾਂ ਇੱਕ ਹੁਣ ਨਵਾਂ ਪਿੱਛੇ ਮੈਂ ਇੱਕ ਟਾਕ ਸ਼ੋਅ 'ਚ ਗਿਆ ਸੀਗਾ, ਉੱਥੇ ਕੀ ਹੈਗਾ ਜਿਹੜੇ ਆਪਣੇ NRIs ਬੇਸਡ ਉੱਥੇ ਹੈਗੇ ਨੇ ਅਲੱਗ-ਅਲੱਗ ਕੰਟਰੀਜ਼ 'ਚ, ਉਹਨਾਂ ਨੂੰ ਫੋਨ ਕੀਤੇ ਜਾਂਦੇ ਨੇ ਵੀ ਇੰਡੀਆ 'ਚ ਤੁਹਾਡੀ ਕੋਈ ਇਨਕੁਆਇਰੀ ਖੁੱਲ੍ਹ ਗਈ ਹੈ ਜੀ, ਤੁਸੀਂ ਇੰਨੇ ਪੈਸੇ ਭੇਜੋ, ਅਸੀਂ ਤੁਹਾਡੀ ਇਨਕੁਆਇਰੀ ਠੀਕ ਕਰਵਾ ਦਿਆਂਗੇ। ਵੀ ਇੱਦਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਵੀ ਉਹਨਾਂ ਨੂੰ ਅਜੇ ਵੀ ਹਿੰਦੁਸਤਾਨ ਦੇ ਜਿਹੜਾ ਲੀਗਲ ਸਿਸਟਮ ਹੈ ਉਹਦੀ ਲੋੜ ਉਹਨਾਂ ਨੂੰ ਪੈਂਦੀ ਰਹਿੰਦੀ ਹੈ। ਹੁਣ ਜੀ ਆਪਾਂ ਦੇਖੀਏ ਵੀ ਬਹੁਤ ਸਾਰੇ ਕੇਸਿਸ ਇਹੋ ਜਿਹੇ ਆਉਂਦੇ ਨੇ ਜਿੱਥੇ
one of the spouse is a non-resident Indian, ਪੰਜਾਬ ਆਉਂਦੇ ਨੇ, ਵਿਆਹ ਕਰਵਾਉਂਦੇ ਨੇ, ਵਾਪਸ ਉੱਥੇ ਜਾ ਕੇ ਵੀ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੈਗੇ ਨੇ ਵੀ ਜਿਹੜਾ ਤੁਸੀਂ ਇੱਥੋਂ ਆਪਣਾ ਪਾਰਟਨਰ ਲੈ ਕੇ ਗਏ ਹੁੰਦੇ ਹੋ ਉਹ ਉੱਥੇ ਐਬਸਕੌਂਡ ਕਰ ਜਾਂਦਾ ਹੈ, ਜਿਵੇਂ ਹੀ ਉਹਨਾਂ ਦੇ ਵੀ ਡਾਕੂਮੈਂਟੇਸ਼ਨ ਹੁੰਦੀ ਹੈ ਉਹ ਐਬਸਕੌਂਡ ਕਰ ਜਾਂਦਾ ਹੈ। ਇਹ ਬਹੁਤ ਸਾਰੇ ਕੇਸਿਸ ਆਉਂਦੇ ਨੇ। ਉਸ ਤੋਂ ਬਾਅਦ ਮੈਰਿਜ ਇਹਨਾਂ ਦੀ ਜਿਹੜੀ ਹੈਗੀ ਹੈ ਰਜਿਸਟਰ ਤੇ ਇੱਥੇ ਹੋਈ ਹੁੰਦੀ ਹੈ, ਸੋਲਮਨਾਈਜ਼ ਇੱਥੇ ਹੋਈ ਹੁੰਦੀ ਹੈ, ਤੇ ਉਹਦੇ ਨਾਲ ਕੀ ਹੁੰਦਾ ਹੈ ਵੀ ਇਹਨਾਂ ਨੂੰ ਹੱਕ ਹੈਗਾ ਹਿੰਦੁਸਤਾਨ ਦੇ ਲੀਗਲ ਸਿਸਟਮ ਤੋਂ ਚ ਆਪਣੀ ਅਪੀਲ, ਆਪਣੀ ਫਰਿਆਦ ਕਰਨ ਦਾ ਇਸ ਧੋਖਾਧੜੀ ਦੇ ਰਿਗਾਰਡਿੰਗ। ਦੂਜੀ ਗੱਲ ਹੈਗੀ ਹੈ ਤੇ ਆਪਣੇ ਜਿਹੜੇ ਲਿਟੀਗੇਸ਼ਨ ਨੀਡਸ ਰਿਗਾਰਡਿੰਗ ਰੈਂਟਡ ਪ੍ਰੋਪਰਟੀਜ਼ ਜੀ, ਇੱਕ ਬਹੁਤ ਵੱਡਾ ਜਿਹੜਾ ਇੱਕ ਮਿਸਕਨਸੈਪਸ਼ਨ ਹੈਗੀ ਆ ਅਜੇ ਵੀ NRI ਭਰਾਵਾਂ ਦੇ ਜਿਹੜੇ ਮਨ 'ਚ ਹੈਗੀ ਆ ਵੀ ਤੁਹਾਡਾ ਕੋਈ ਜ਼ਮੀਨ ਜਾਇਦਾਦ ਕੋਈ ਕਿਰਾਏਦਾਰ ਦੱਬ ਲਏਗਾ ਜੀ। ਪੰਜਾਬ ਤੇ ਗੋਆ ਦੋ ਅਜਿਹੀਆਂ ਸਟੇਟਸ ਨੇ ਜਿੱਥੇ 13B ਆਫ ਦਾ ਰੈਂਟ ਕੰਟਰੋਲ ਐਕਟ, ਪੰਜਾਬ ਇੰਡੀਜ਼ ਪੰਜਾਬ ਰੈਂਟ ਰਿਸਟ੍ਰਿਕਸ਼ਨ ਐਕਟ ਕਹਿੰਦੇ ਆ ਜਿਹਨੂੰ, ਉਹਦੇ 'ਚ ਅਮੈਂਡਮੈਂਟ ਹੋਈ ਹੈ। ਇਹ ਅਮੈਂਡਮੈਂਟ ਜਿਹੜੀ ਹੈਗੀ ਹੈ ਸਪੈਸ਼ਲੀ NRI ਵੀਰਾਂ ਵਾਸਤੇ ਹੋਈ ਹੈ ਵੀ ਇਹਨਾਂ ਦੀਆਂ ਪ੍ਰੋਪਰਟੀਜ਼ ਤੇ ਕੋਈ ਕਬਜ਼ਾ ਨਾ ਕਰ ਸਕੇ। ਇਹ ਬਹੁਤ ਸਾਰੇ ਕੇਸਿਸ ਹੁੰਦੇ ਨੇ, ਇਹਨਾਂ ਨੂੰ ਇੱਕ ਸਪੈਸ਼ਲ ਪ੍ਰਿਵਿਲੇਜ ਹੈਗੀ ਹੈ ਵੀ ਆਪਣੀ ਲਾਈਫ ਟਾਈਮ ਦੇ ਦੌਰਾਨ ਇਹ ਇੱਕ ਪ੍ਰੋਪਰਟੀ ਜਿਹੜੀ ਇਹ 5 ਸਾਲ ਤੋਂ ਪੁਰਾਣੀ ਇਹਦੇ ਓਨਰਸ਼ਿਪ ਹੈਗੀ ਹੈ ਉਹਨੂੰ ਇਹ ਜਿਹਦਾ ਸਮਰੀ ਟ੍ਰਾਇਲ ਖਾਲੀ ਕਰਵਾ ਸਕਦੇ ਨੇ। ਪਹਿਲਾਂ ਹੁੰਦਾ ਸੀਗਾ ਜੀ ਆ ਕਿਰਾਏਦਾਰ ਦਾ ਕੇਸ ਚੱਲੇਗਾ ਜੀ 25 ਸਾਲ ਚੱਲੇਗਾ, 30 ਸਾਲ ਚੱਲੇਗਾ, ਹੁਣ ਉੱਦਾਂ ਨਹੀਂ ਹੈਗਾ। ਹੁਣ NRIs ਆਪਣੀ ਪ੍ਰੋਪਰਟੀ ਇੱਕ ਸਮਰੀ ਪ੍ਰੋਸੀਜਰ ਦੇ ਥਰੂ ਖਾਲੀ ਕਰਵਾ ਸਕਦੇ ਨੇ। ਉਸ ਤੋਂ ਬਾਅਦ ਜੀ NRI ਕੋਰਟਸ, ਡੈਜ਼ਿਗਨੇਟਡ NRI ਕੋਰਟਸ ਬਣੀਆਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਿਰਫ NRI ਮੈਟਰਸ ਨੂੰ ਹੀ ਡੀਲ ਕਰਦੀਆਂ ਨੇ। ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈਗਾ ਉਹਨੂੰ ਥੋੜ੍ਹਾ ਜਿਹਾ ਜਿਹਨੂੰ ਆਪਾਂ ਕਹਿੰਦੇ ਆ ਵੀ ਸਪੀਡ ਅਪ ਕੀਤਾ ਗਿਆ। ਉਸ ਤੋਂ ਬਾਅਦ ਜੀ ਇੱਕ ਪੰਜਾਬ ਦੇ ਵਿੱਚ ਹੋਰ ਬਹੁਤ ਵਧੀਆ ਗੱਲ ਜਿਹੜੀ ਹੋਈ ਹੈ, ਪੰਜਾਬ ਸਟੇਟ ਕਮਿਸ਼ਨ ਫਾਰ NRIs ਦੀ ਕਨਸਟੀਟਿਊਟ ਕੀਤਾ ਗਿਆ। ਉਹਦੇ ਵਿੱਚ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਤੇ ਇੱਕ ਰਿਟਾਇਰਡ DGP ਇਹ ਉਹਦੇ ਮੈਂਬਰ ਹੁੰਦੇ ਨੇ ਜੀ। ਜਿਹੜੇ ਜੁਡੀਸ਼ੀਅਲ ਮੈਂਬਰ ਹੋਰ ਵੀ ਹੁੰਦੇ ਨੇ, ਜੁਡੀਸ਼ੀਅਲ ਮੈਂਬਰ ਇਹ ਹੁੰਦੇ ਨੇ। ਤੇ ਇਹਦੇ 'ਚ ਜਿਹੜੀਆਂ ਹੈਗੀਆਂ NRIs ਦੀਆਂ ਕੰਪਲੇਂਟਸ ਜਿਹੜੀਆਂ ਹੈਗੀਆਂ ਡੀਲ ਕੀਤੀਆਂ ਜਾਂਦੀਆਂ ਨੇ। ਰਿਕਮੈਂਡੇਸ਼ਨਸ ਜੋ ਦੋ ਉਹਨਾਂ ਦੀਆਂ ਜਿਹੜੀਆਂ ਪਾਵਰਸ ਹੈਗੀਆਂ ਨੇ ਉਹ ਸਿਰਫ ਰਿਕਮੈਂਡੇਟਰੀ ਇਨ ਨੇਚਰ ਹੈਗੀਆਂ ਨੇ, ਬਟ ਉਹ ਬਹੁਤ ਜ਼ਿਆਦਾ ਹੈਲਪਫੁਲ ਹੁੰਦੀਆਂ ਨੇ ਕਿਸੇ ਕੋਈ ਪਰਚਾ ਦਰਜ, ਕੋਈ FIR ਦਰਜ ਕਰਵਾਉਣ ਵਾਸਤੇ ਜਾਂ ਕਿਸੇ FIR ਦੀ ਨੂੰ ਕੁਐਸ਼ ਕਰਾਉਣ ਵਾਸਤੇ ਜਾਂ ਕੋਈ ਜਿਹੜਾ ਸਿਵਲ ਡਿਸਪਿਊਟ ਹੈਗਾ ਉਹਦੇ 'ਚ ਵੀ ਹੈਲਪਫੁਲ ਹੁੰਦੀਆਂ ਨੇ ਇਹਨਾਂ ਦੀਆਂ ਜਿਹੜੀਆਂ ਆਬਜ਼ਰਵੇਸ਼ਨਸ ਨੇ। ਤੇ ਇਸ ਕਰਕੇ ਵੀ ਜਿਹੜੇ ਇਹ ਮਲਟੀ ਜਿਹਨੂੰ ਆਪਾਂ ਕਹਿੰਦੇ ਮਲਟੀ ਫੇਸਡ ਲਿਟੀਗੇਸ਼ਨ ਹੈਗੀ ਹੈ NRIs ਦੀ, ਇਹ ਹਿੰਦੁਸਤਾਨ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ। ਬਿਲਕੁਲ, ਇਹਨਾਂ ਦੇ ਲਈ ਕਿਤੇ ਨਾ ਕਿਤੇ ਕਾਨੂੰਨ ਨੇ ਇੱਕ ਅਲੱਗ ਵਿਵਸਥਾ ਕੀਤੀ ਹੋਈ ਹੈ ਵੀ ਇਹਨਾਂ ਨੂੰ, ਕਿਉਂਕਿ ਜਿਹੜੇ ਇੱਥੇ NRI ਭਰਾ ਭੈਣ ਕਿਤੇ ਵੀ ਬੈਠੇ ਨੇ ਉਹ ਲਿਟੀਗੇਸ਼ਨ ਤੋਂ ਡਰਦੇ ਜ਼ਰੂਰ ਨੇ। ਉਹਨਾਂ ਦੇ ਲਈ ਇਹ ਹੈਗਾ ਵੀ ਅਸੀਂ ਇੱਕ ਇੰਨੀ ਦੂਰ ਅਸੀਂ ਉੱਥੇ ਜਾਵਾਂਗੇ, ਉੱਥੇ ਅਸੀਂ ਧੱਕੇ ਖਾਵਾਂਗੇ, ਕੋਰਟ ਕਚਹਿਰੀਆਂ ਦੇ ਧੱਕੇ ਖਾਵਾਂਗੇ, ਪਤਾ ਨਹੀਂ ਸਾਨੂੰ ਨਿਆਂ ਮਿਲਣਾ ਨਹੀਂ ਮਿਲਣਾ, ਜਾਂ ਸਾਨੂੰ ਬੜੀ ਦਫਾ ਆਣ ਜਾਣ ਕਰਨਾ ਪੈਂਦਾ ਹੈ। ਇਹਦੇ ਬਾਰੇ ਮੈਂ ਚਰਚਾ ਕਰਨਾ ਚਾਹੁੰਦਾ ਵੀ ਹੁਣ ਪਹਿਲਾਂ ਤਾਂ ਚਲੋ ਇਹ ਸੀਗਾ ਵੀ ਕਿਉਂਕਿ ਇੱਥੇ ਸਰ ਤੁਹਾਨੂੰ ਪਤਾ ਹੈ ਕਿ ਬਹੁਤ ਲੋਕੀ ਮਿਹਨਤਾਂ ਦੇ ਨਾਲ ਉਹਨਾਂ ਦੇ ਦਿਨ ਰਾਤ ਇੱਕ ਹੁੰਦਾ ਵੀ ਪਰ ਆਰ ਦੇ ਨਾਲ ਪੈਸੇ ਕਮਾਉਂਦੇ ਨੇ। ਕਿਤੇ ਨਾ ਕਿਤੇ ਉਹਨਾਂ ਦੇ ਲਈ ਇੱਕ ਮਜਬੂਰੀ ਵੀ ਹੁੰਦੀ ਹੈ ਵੀ ਉਹ ਆਪਣੀਆਂ ਲੰਬੀਆਂ ਛੁੱਟੀਆਂ ਕੱਢ ਕੇ ਉੱਥੇ ਨਹੀਂ ਜਾ ਸਕਦੇ। ਕੀ ਕੋਈ ਐਦਾਂ ਦੀ ਲਾਈਕ ਉਹਨਾਂ ਦੇ ਲਈ ਆਪਸ਼ਨ ਹੁੰਦੀ ਹੈ ਵੀ ਇੱਕ ਤਾਂ ਹੁਣ ਕੋਵਿਡ ਹੈ ਵੀ ਉਹ ਫਲਾਈ ਨਹੀਂ ਕਰ ਸਕਦੇ, ਉੱਥੇ ਕੋਈ ਇੰਟਰਨੈਸ਼ਨਲ ਬਾਰਡਰਸ ਬੰਦ ਨੇ, ਉਹਨਾਂ ਦੇ ਕੋਈ ਜ਼ਮੀਨ ਦਾ ਝਗੜਾ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਝਗੜੇ ਨੂੰ ਲੈ ਕੇ ਅਗਰ ਉਹ ਗੱਲ ਕੀਤੀ ਜਾਂਦੀ ਹੈ ਕਿ ਉਹ ਇੱਥੇ ਬੈਠੇ ਬਿਠਾਏ ਉਸ ਝਗੜੇ ਦੇ ਨਾਲ ਫਾਈਟ ਕਰ ਸਕਦੇ ਨੇ ਜਾਂ ਉਹ ਆਪਣਾ ਪੂਰਾ ਹੱਕ ਲੈ ਸਕਦੇ ਨੇ? ਕੋਈ ਐਦਾਂ ਦੀਆਂ ਆਪਸ਼ਨਸ ਹੈਗੀਆਂ ਨੇ ਸਰ? ਹਾਂਜੀ, ਇਹਦੇ ਵਾਸਤੇ ਇੱਕ ਤਰੀਕਾ ਜਿਹੜਾ ਅਸੀਂ ਪਰਸਨਲੀ ਫੋਲੋ ਕਰਦੇ ਹਾਂ ਉਹਦੇ 'ਚ ਇਹ ਹੁੰਦਾ ਕਿ ਅਸੀਂ ਵੀਡੀਓ ਕਾਨਫਰੰਸਿੰਗ ਨਾਲ ਤੇ ਹੋਰ ਈਮੇਲਸ ਦੇ ਥਰੂ ਉਹਨਾਂ ਦੀ ਸਾਰੀ ਜਿਹੜੀ ਹੈਗੀ ਆ ਪ੍ਰੋਬਲਮ ਪੁੱਛ ਕੇ ਸਾਰੇ ਡਾਕੂਮੈਂਟੇਸ਼ਨ ਜਿਹੜੇ ਹੈਗੇ ਨੇ ਉਹ ਅਸੀਂ ਡਾਕੂਮੈਂਟਸ ਪ੍ਰੀਕਿਓਰ ਕਰਨ ਤੋਂ ਬਾਅਦ ਇੱਕ ਪਟੀਸ਼ਨ ਤਿਆਰ ਕੀਤੀ ਜਾਂਦੀ ਆ ਉਹਨਾਂ ਦੇ ਬਿਹਾਫ ਤੇ। ਉਹ ਜਿਹੜੀ ਪਟੀਸ਼ਨ ਹੈਗੀ ਹੈ ਉਹ ਉਹਨਾਂ ਨੂੰ ਈਮੇਲ ਕਰ ਦਿੱਤੀ ਜਾਂਦੀ ਹੈ ਤੇ ਉਸ ਪਟੀਸ਼ਨ ਦੇ ਨਾਲ ਇੱਕ ਜਿਹਨੂੰ ਆਪਾਂ ਵਕਾਲਤਨਾਮਾ ਕਹਿੰਦੇ ਆ, ਦੈਟ ਇਜ਼ ਪਾਵਰ ਆਫ ਅਟਾਰਨੀ ਗਿਵਨ ਬਾਈ ਦਾ ਕਲਾਇੰਟ ਟੂ ਦਾ ਐਡਵੋਕੇਟ ਵੀ ਤੁਸੀਂ ਮੇਰੇ ਬਿਹਾਫ ਤੇ ਮੇਰਾ ਕੇਸ ਲੜਨਾ ਹੈ, ਤੇ ਉਹ ਪਾਵਰ ਆਫ ਅਟਾਰਨੀ ਨਾਲ ਭੇਜੀ ਜਾਂਦੀ ਹੈ। ਤੇ ਤੀਜਾ ਇੱਕ ਐਫੀਡੇਵਿਟ ਹੁੰਦਾ ਹੈ। ਉਹ ਐਫੀਡੇਵਿਟ ਜਿਹੜਾ ਹੁੰਦਾ ਉਹ ਕਹਿੰਦਾ ਵੀ ਜਿਹੜਾ ਇਹ ਪਟੀਸ਼ਨ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਤੇ ਆਈ ਸਵੇਅਰ ਦੈਟ ਹੈਜ਼ ਬੀਨ ਐਜ਼ ਪਰ ਮਾਈ ਇੰਸਟਰਕਸ਼ਨਸ,
ਇਹ ਜਿਹੜੀਆਂ ਤਿੰਨ ਚੀਜ਼ਾਂ ਹੈਗੀਆਂ ਇਹ ਈਮੇਲ ਦੇ ਥਰੂ ਅਸੀਂ ਉਹਨਾਂ ਨੂੰ ਭੇਜ ਦਿੰਦੇ ਆ। ਉੱਥੇ ਇਹਦਾ ਪ੍ਰਿੰਟ ਲੈਂਦੇ ਨੇ। ਇਹਦਾ ਪ੍ਰਿੰਟ ਲੈਣ ਤੋਂ ਬਾਅਦ ਜਿਹੜਾ ਨੋਟਰੀ ਹੁੰਦਾ ਇਹਨਾਂ ਦੇ, ਚਾਹੇ US 'ਚ ਹੈ, ਚਾਹੇ ਕੈਨੇਡਾ 'ਚ ਹੈ, ਜਾਂ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਆਪਾਂ JP ਕਹਿੰਦੇ ਆ, ਜਸਟਿਸ ਆਫ ਪੀਸ ਕਹਿੰਦੇ ਆ ਜਿਨ੍ਹਾਂ ਨੂੰ, ਉਹਨਾਂ ਕੋਲੇ ਜਾ ਕੇ ਇਹਨੂੰ ਨੋਟਰਾਈਜ਼ ਕਰਵਾ ਦਿੰਦੇ ਨੇ। ਨੋਟਰਾਈਜ਼ ਕਰਵਾਉਣ ਤੋਂ ਬਾਅਦ ਇਹਦੇ ਦੋ ਪ੍ਰੋਸੀਜਰ ਹੈਗੇ ਨੇ। ਈਦਰ ਤੁਸੀਂ ਇੰਡੀਅਨ ਹਾਈ ਕਮਿਸ਼ਨ ਤੋਂ ਇਹਨੂੰ ਐਮਬੋਸ ਕਰਵਾ ਸਕਦੇ ਹੋ, ਜਾਂ ਤੁਸੀਂ ਇਹਨੂੰ ਇੱਕ ਅਪੋਸਟਲ ਟ੍ਰੀਟੀ ਹੋਈ ਸੀ ਜਿਹਦੇ 'ਚ ਇੰਡੀਆ, ਕੈਨੇਡਾ, US ਸਾਰੇ ਸਿਗਨੇਟਰੀਜ਼ ਨੇ ਜੀ। ਉਸ ਅਪੋਸਟਲ ਸਰਟੀਫਿਕੇਟ ਜਿਹੜਾ ਹੈਗਾ US ਦੇ ਵਿੱਚ ਤਾਂ ਜਿਹੜਾ ਸੈਕਟਰੀ ਆਫ ਸਟੇਟ ਦਾ ਆਫਿਸ ਹੁੰਦਾ ਉੱਥੋਂ ਹੀ ਬਣ ਜਾਂਦਾ ਜੀ ਇਹ। ਤੇ ਉਹ ਤੁਸੀਂ ਅਪੋਸਟਲ ਸਰਟੀਫਿਕੇਟ ਨਾਲ ਲਗਾ ਕੇ ਤੇ ਇਹ ਸਾਨੂੰ ਉੱਥੋਂ ਤੁਸੀਂ ਹਾਰਡ ਕਾਪੀ ਜਿਹੜੀ ਹੈਗੀ ਹੈ ਉਹ ਮੇਲ ਕਰ ਦਿੰਦੇ ਹੋ। DHL ਸਾਨੂੰ 5-4 ਦਿਨਾਂ ਦੇ ਵਿੱਚ ਪਹੁੰਚਾ ਦਿੰਦਾ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਬਿਨਾਂ ਇਹ ਅਸੀਂ ਇਹਨਾਂ ਦਾ ਕੇਸ ਜਿਹੜਾ ਹੈਗਾ ਇਹ ਇੱਥੇ ਫਾਈਲ ਕਰ ਦਿੰਦੇ ਆ ਜੀ। ਅੱਛਾ, ਇਹਦੇ ਵਿੱਚ ਆਪਾਂ ਇਹ ਜਿਹੜਾ ਪ੍ਰੋਸੈਸ ਹੈਗਾ, ਸਪੈਸ਼ਲੀ ਸਾਡੇ ਜਿੰਨੇ ਵੀ NRI ਭਰਾ ਨੇ, ਸਾਡੇ ਵਿਊਅਰਸ ਦੇਖ ਰਹੇ ਨੇ, ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਦੀਪ ਇੰਦਰ ਸਿੰਘ ਜੀ, ਜਿਹੜੇ ਕਿ ਐਡਵੋਕੇਟ ਐਂਡ ਲੀਗਲ ਕੰਸਲਟੈਂਟ ਨੇ, ਸਪੈਸ਼ਲੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਇਹ ਸਾਡੇ ਦਰਸ਼ਕਾਂ ਦੇ ਸਾਡੇ ਕੋਲੇ ਬੜੇ ਸਵਾਲ ਸੀਗੇ ਵੀ, ਕਿਉਂਕਿ ਹੁਣ ਕੁਝ ਕੋਵਿਡ ਕਰਕੇ, ਕੁਝ ਇੱਥੇ ਦੀਆਂ ਜ਼ਿੰਮੇਵਾਰੀਆਂ ਜਾਂ ਕੁਝ ਇੱਥੇ ਦਾ ਬਿਜ਼ੀ ਸ਼ੈਡਿਊਲ ਹੋਣ ਦੇ ਕਰਕੇ ਅਸੀਂ ਬੈਕ ਹੋਮ, ਕਿਉਂਕਿ ਸਾਡੇ ਨਾਲ ਕਿਤੇ ਨਾ ਕਿਤੇ, ਜਿਵੇਂ ਆਪਣਾ ਢਿੱਲੋਂ ਸਾਹਿਬ ਨੇ ਪਹਿਲਾਂ ਦੱਸਿਆ ਕਿ ਸਾਡੀ ਜੜ੍ਹਾਂ ਜਾਂ ਸਾਡਾ ਕਿਤੇ ਨਾ ਕਿਤੇ ਰਿਲੇਸ਼ਨ ਇੰਡੀਆ ਦੇ ਵਿੱਚ, ਆਪਣੀ ਬੈਕ ਹੋਮ ਕੰਟਰੀ ਦੇ ਵਿੱਚ ਜਾਂ ਆਪਣੇ ਸ਼ਹਿਰ ਜਾਂ ਆਪਣੇ ਪਿੰਡ ਦੇ ਨਾਲ ਜੁੜਿਆ ਹੁੰਦਾ। ਅਗਰ ਸਾਡਾ ਕਿਤੇ ਨਾ ਕਿਤੇ ਲਿੰਕ ਜੁੜਿਆ, ਉੱਥੇ ਕਿਤੇ ਨਾ ਕਿਤੇ ਸਾਨੂੰ ਪ੍ਰੋਬਲਮਸ ਵੀ ਕੋਈ ਨਾ ਕੋਈ ਆਉਂਦੀਆਂ ਨੇ। ਤੁਹਾਡੀ ਜ਼ਮੀਨ ਨੂੰ ਲੈ ਕੇ, ਤੁਹਾਡੇ ਜ਼ਮੀਨ ਦੇ ਝਗੜਿਆਂ ਦੀ ਗੱਲ ਕੀਤੀ ਜਾਂਦੀ ਹੈ, ਜਾਂ ਮੈਰਿਟਲ ਜਿਹੜੀ ਹੈਗੀ ਹੈ ਆਪਣੀ ਲੜਾਈਆਂ ਉੱਥੇ ਹੁੰਦੀਆਂ, ਉਹ ਮਤਲਬ ਕਿ ਜਿਹੜੀ ਹੈਗੀ ਡਿਸਪਿਊਟਸ ਦੀ ਗੱਲ ਕੀਤੀ ਜਾਂਦੀ ਹੈ, ਜਾਂ ਪ੍ਰਾਪਰਟੀਜ਼ ਦੇ ਵਿੱਚ, ਰੈਂਟਲ ਪ੍ਰਾਪਰਟੀਜ਼ ਦੇ ਵਿੱਚ ਜਾਂ ਜ਼ਮੀਨਾਂ ਦੱਬਣ ਦੀ ਗੱਲ ਕੀਤੀ ਜਾਂਦੀ ਹੈ। ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਦੋਸਤੋ, ਸਾਨੂੰ ਹੁਣ ਤੁਸੀਂ ਪੁੱਛ ਸਕਦੇ ਹੋ। ਸਾਡੇ ਨਾਲ ਗੁਰਦੀਪ ਇੰਦਰ ਜੀ ਜੁੜੇ ਹੋਏ ਨੇ, ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈ ਸਕਦੇ ਹੋ, ਸਾਨੂੰ ਕਮੈਂਟ ਕਰ ਸਕਦੇ ਹੋ। ਉਹੀ ਹੈ, ਅਗਰ ਤੁਸੀਂ ਸਾਨੂੰ ਪਬਲਿਕਲੀ ਨਹੀਂ ਪੁੱਛਣਾ ਚਾਹੁੰਦੇ, ਸਾਨੂੰ ਮੈਸੇਂਜਰ ਦੇ ਵਿੱਚ ਜਾ ਕੇ, ਤੁਹਾਡਾ ਨਾਮ ਕੌਨਫੀਡੈਂਸ਼ੀਅਲ ਜ਼ਰੂਰ ਰੱਖਿਆ ਜਾਏਗਾ, ਸਾਨੂੰ ਮੈਸੇਂਜਰ ਦੇ ਵਿੱਚ ਜਾ ਕੇ ਆਪਣਾ ਸਵਾਲ ਤੁਸੀਂ ਭੇਜ ਸਕਦੇ ਹੋ। ਜਾਂ ਫਿਰ ਤੁਸੀਂ ਮਨ ਦੇ ਵਿੱਚ ਕੋਈ ਹੋਰ ਸਵਾਲ ਹੈ, ਡਾਇਰੈਕਟਲੀ ਤੁਸੀਂ ਗੁਰਦੀਪ ਇੰਦਰ ਸਿੰਘ ਢਿੱਲੋਂ ਜੀ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ। ਕੇਸਸ ਦੇ ਬਾਰੇ ਵਿੱਚ ਕੋਈ ਗੱਲਬਾਤ ਕਰਨੀ ਹੈ, ਕੋਈ ਕੁਐਰੀ ਕਰਨੀ, ਜਿੱਦਾਂ ਸਰ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਦੇ ਨਾਲ ਇਹ ਤੁਹਾਨੂੰ ਗਾਈਡ ਕਰ ਸਕਦੇ ਨੇ ਵੀ ਕਿੱਦਾਂ ਦੀ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੇਸਸ ਦਾ ਜਿਹੜਾ ਹੈਗਾ ਥਰੂ ਕੀਤਾ ਜਾ ਸਕਦਾ। ਅੱਛਾ, ਮੈਂ ਸਰ ਥੋੜੀ ਜਿਹੀ ਮੈਟਰੀਮੋਨੀਅਲ ਦੀ ਗੱਲ ਕਰਾਂਗਾ। ਮੈਟਰੀਮੋਨੀਅਲ ਜਿਹੜੇ ਕੇਸਸ ਹੁੰਦੇ ਨੇ, ਇਹਨਾਂ ਦੇ ਵਿੱਚ ਕਾਫੀ ਪਿਛਲੇ ਸਾਲਾਂ ਦੇ ਵਿੱਚ ਵਾਧਾ ਹੋਇਆ ਹੈ। ਇੱਕ ਜੇਕਰ ਆਪਾਂ ਗੱਲ ਕਰੀਏ ਵੀ, ਇੱਕ ਮੈਨੂੰ ਲੱਗਦਾ ਵੀ ਇੱਕ ਕਿਸੇ ਨੇ ਨਾ ਬੜੇ ਵਧੀਆ ਕਿਹਾ ਵੀ ਜੇ ਵਿਆਹ ਸ਼ਾਦੀਆਂ ਦੀ ਗੱਲ ਕਰੀ ਜਾਵੇ, ਵਿਆਹ ਸ਼ਾਦੀ ਇੱਕ ਅੱਜ ਦੀ ਡੇਟ ਦੇ ਵਿੱਚ ਇੱਕ ਲੋਟਰੀ ਸਿਸਟਮ ਹੈ, ਕਿਸੇ ਦੇ ਨਿਕਲ ਜਾਂਦੀ ਹੈ ਤੇ ਕੋਈ ਫਸ ਜਾਂਦਾ ਹੈ। ਤੇ ਇਹਦੇ ਵਿੱਚ ਡਿਸਪਿਊਟਸ ਦੀ ਗੱਲ ਹੁੰਦੀ ਹੈ ਵੀ ਕਾਫੀ ਲੋਕ ਉੱਥੋਂ ਮੈਰਿਜ ਕਰਵਾ ਕੇ ਇੱਥੇ ਆ ਜਾਂਦੇ ਨੇ, ਜਾਂ ਉਹਦੇ ਵਿੱਚ ਤੁਹਾਡਾ ਕੀ ਮੰਨਣਾ ਹੈਗਾ ਵੀ ਕਿੱਦਾਂ ਦੇ ਕੇਸ ਨੂੰ ਤੁਸੀਂ ਦੇਖਦੇ ਹੋ, ਤੁਸੀਂ ਕਿੱਦਾਂ ਦੇ ਕੇਸਸ ਨੂੰ ਫੋਲੋ ਕੀਤਾ ਹੋਇਆ ਜਾਂ ਫੇਸ ਕੀਤਾ ਹੋਇਆ ਤੁਸੀਂ? ਦੇਖੋ ਜੀ, ਇਹਦੇ 'ਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਹੈ ਉਹ ਆਉਂਦੀ ਹੈ ਜਦੋਂ ਇੱਕ ਪਾਰਟੀ US, ਕੈਨੇਡਾ ਜਾਂ ਇੰਗਲੈਂਡ ਦੇ ਗ੍ਰਾਂਟ ਕੀਤੇ ਹੋਏ ਡਿਵੋਰਸ ਨਾਲ ਸਹਿਮਤ ਨਹੀਂ ਹੈਗੀ, ਉਹ ਵਾਪਸ ਇੰਡੀਆ ਆ ਕੇ ਉਹਨੂੰ ਚੈਲੰਜ ਕਰ ਦਿੰਦੀ ਹੈ। ਕਿਉਂਕਿ ਵੈਲਿਡਿਟੀ ਆਫ ਫੋਰਨ ਡਿਵੋਰਸ ਜਿਹੜਾ ਹੈਗਾ ਉਹਦੇ 'ਚ ਇੰਡੀਆ ਦੇ ਵਿੱਚ ਕਾਫੀ ਲੂਪ ਹੋਲਸ ਹੈਗੇ ਨੇ, ਬਿਕੋਜ਼ ਦੇਰ ਇਜ਼ ਅ ਸਰਟਨ ਸੈਟ ਆਫ ਰੂਲਸ ਜਿਹੜਾ ਕਿ ਫੋਲੋ ਕੀਤਾ ਜਾਂਦਾ ਜਦੋਂ ਆਪਾਂ ਫੋਰਨ ਡਿਵੋਰਸ ਦੀ ਵੈਲਿਡਿਟੀ ਇੰਡੀਆ 'ਚ ਕੀਤਾ ਉਹਨੂੰ ਵੈਲੀਡੇਟ ਕਰਦੇ ਹਾਂ। ਤਾਂ ਸਭ ਤੋਂ ਵੱਡੀ ਤੇ ਪ੍ਰੋਬਲਮ ਇਹ ਹੈਗੀ ਹੈ। ਦੂਜੀ ਗੱਲ ਇਹਦੇ 'ਚ ਇਹ ਹੈਗੀ ਹੈ ਕਿ ਇੰਡੀਆ ਦੇ ਵਿੱਚ ਇੱਕ ਸੈਕਸ਼ਨ 498 ਹੈਗਾ ਜੀ, ਉਹ ਸਭ ਤੋਂ ਜ਼ਿਆਦਾ ਮਿਸਯੂਜ਼ ਕੀਤਾ ਜਾਂਦਾ ਹੈ ਬਾਏ ਡਿਸਗਰੰਟਲਡ ਵਾਈਫਸ। ਠੀਕ ਹੈ ਜੀ, ਕੋਈ NRI ਗਰੂਮ ਇੰਡੀਆ ਆਉਂਦਾ ਹੈ ਤੇ ਵਿਆਹ ਕਰਵਾਉਂਦਾ ਹੈ ਤੇ ਵਾਪਸ ਚਲਿਆ ਜਾਂਦਾ ਹੈ, ਤੇ 6 ਮਹੀਨੇ ਬਾਅਦ ਆਪਣੀ ਉਹਦੀ ਵਾਈਫ ਦਾ ਵੀ ਜਿਹੜਾ ਹੈਗਾ ਜਿਹਨੂੰ ਅਪਰੂਵਲ ਮਿਲ ਜਾਂਦੀ ਹੈ ਤੇ ਉਹ ਉਹਦੇ ਕੋਲ ਨੂੰ ਜਾ ਕੇ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜੁਆਇਨ ਕਰ ਲੈਂਦੀ ਹੈ। ਹੁਣ ਟੈਂਪਰਾਮੈਂਟਲ ਡਿਫਰੈਂਸਿਸ ਕਹਿ ਦਿਓ, ਕਲਚਰਲ ਡਿਫਰੈਂਸਿਸ ਕਹਿ ਦਿਓ, ਤੇ ਉਹਨਾਂ ਦੀ ਨਹੀਂ ਬਣਦੀ, ਤੇ ਬਿਫੋਰ ਸ਼ੀ ਗੈਟਸ ਹਰ PR ਤੇ ਉਹਨਾਂ ਦਾ ਡਿਵੋਰਸ ਹੋ ਜਾਂਦਾ ਜੀ। ਨਾਓ ਦ ਗਰਲ wants to stay in Canada and US, she does not want to come back because the mandatory ਜਿਹੜੀਆਂ ਕੰਡੀਸ਼ਨਸ ਹੈਗੀਆਂ ਨੇ ਉਹ ਪੂਰੀਆਂ ਨਹੀਂ ਹੋਈਆਂ। ਵਿਦਨ ਉੱਥੇ ਪਹੁੰਚਣ ਦੇ 6 ਮਹੀਨੇ ਬਾਅਦ ਉਹਨਾਂ ਦਾ ਵੀ ਲਗਾ ਲਓ ਡਿਵੋਰਸ ਹੋ ਗਿਆ।
ਠੀਕ ਹੈ। ਤੇ ਨਾਓ ਸ਼ੀ ਕਮਸ ਬੈਕ ਟੂ ਇੰਡੀਆ, ਸਭ ਤੋਂ ਪਹਿਲਾਂ ਤਾਂ ਉਹਦੇ ਤੇ ਦਾਜ ਦਹੇਜ ਡੌਰੀ ਜਾਂ ਡੋਮੈਸਟਿਕ ਵਾਇਲੈਂਸ ਦਾ ਕੇਸ ਦਰਜ ਕਰਵਾਉਂਦੇ ਨੇ। ਉਹ ਜਿਹੜੇ NRI ਗਰੂਮਸ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਪੈਦਾ ਕਰ ਦਿੰਦਾ ਹੈ। ਨਾਟ ਓਨਲੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਇੰਡੀਆ ਦੇ ਵਿੱਚ ਬਚੇ ਹੁੰਦੇ ਨੇ ਉਹਨਾਂ ਨੂੰ ਵੀ ਰੋਪ ਇਨ ਕਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਜਿਹੜਾ 498 ਹੈ ਬਹੁਤ ਜ਼ਿਆਦਾ ਮਿਸਯੂਜ਼ਡ ਜਿਹੜਾ ਆਪਾਂ ਕਹਿੰਦੇ ਆ ਕਾਨੂੰਨ ਹੈਗਾ ਹੈ, ਤੇ ਇਹਦਾ ਜਿਹੜੀ ਮਾਰ ਹੈਗੀ ਹੈ NRI ਗਰੂਮਸ ਨੂੰ ਬਹੁਤ ਜ਼ਿਆਦਾ ਪੈਂਦੀ ਹੈ। ਇਹ ਤੇ ਦੇਖੋ ਹੋ ਗਿਆ ਜੀ ਇਹਦੇ ਜੇ ਆਪਾਂ ਐਂਗਲ ਕਰੀਏ ਗਰੂਮ ਦੇ ਲੜਕੇ ਦੇ ਐਂਗਲ ਤੋਂ, ਹੁਣ ਲੜਕੀ ਦੇ ਐਂਗਲ ਤੇ ਆਈਏ ਜੀ ਆਪਾਂ। ਲੜਕੀ ਦੇ ਐਂਗਲ ਤੇ ਸਭ ਤੋਂ ਵੱਡਾ ਜਿਹੜਾ ਦਿੱਕਤ ਹੈਗੀ ਆ ਉਹ ਆਪਾਂ ਕਹਿੰਦੇ ਆ NRI ਵਿਡੋਜ਼। ਦੇ ਆਰ ਵਿਡੋਜ਼ not because their husbands have died, they are widows because their husbands had a holiday marriage with them। ਉਹ ਇੰਡੀਆ ਆਏ ਜੀ, ਵਿਆਹ ਕਰਵਾਇਆ ਜੀ, ਪੈਸਾ ਧੇਲਾ ਇਕੱਠਾ ਕੀਤਾ, ਖਰਚਵਾਇਆ, ਠੀਕ ਹੈ ਜੀ, ਉਸ ਤੋਂ ਬਾਅਦ ਵਾਪਸ ਚਲੇ ਗਏ। ਉੱਥੇ ਜਾ ਕੇ ਨਾ ਉਹਨਾਂ ਦਾ ਅਪਲਾਈ ਕੀਤਾ, ਠੀਕ ਹੈ ਜੀ, ਤੇ ਨਾ ਉਹਨਾਂ ਨੂੰ ਵਾਪਸ ਦੁਬਾਰੇ ਕਦੇ ਪੁੱਛਿਆ। ਤੇ ਇਹਨਾਂ ਨੂੰ ਅਸੀਂ ਕਹਿੰਦੇ ਆ ਜੀ NRI ਹੌਲੀਡੇ ਬ੍ਰਾਈਡਸ ਜਾਂ NRI ਵਿਡੋਜ਼। ਇਹਨਾਂ ਦੇ ਹਸਬੈਂਡਸ ਦੀ ਮੌਤ ਨਹੀਂ ਹੋਈ ਹੁੰਦੀ ਪਰ ਉਹ ਛੱਡ ਕੇ ਚਲੇ ਜਾਂਦੇ ਨੇ ਕਿਉਂਕਿ ਦੁਬਾਰਾ ਪੁੱਛਦੇ ਹੀ ਨਹੀਂ। ਤੇ ਲੜਕੀਆਂ ਦਾ ਐਂਗਲ ਜਿਹੜਾ ਹੈਗਾ ਇਹਦੇ ਕਾਫੀ ਜ਼ਿਆਦਾ ਕੰਪਲੇਂਟਸ ਜਿਹੜੀਆਂ ਹੈਗੀਆਂ ਨੇ ਤੇ ਇਹਦੇ ਅਸੀਂ ਸਾਨੂੰ ਕਾਫੀ ਆਉਂਦੀਆਂ ਨੇ। ਹੁਣ ਪਿਛਲੇ ਕੁਝ 2-1 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ NRIs ਜਿਹੜੇ ਇਸ ਕੇਸ ਦੇ ਰਿਗਾਰਡਿੰਗ ਹੈਗਾ ਉਹਨਾਂ ਦੇ ਪਾਸਪੋਰਟਸ ਵੀ ਸਸਪੈਂਡ ਕੀਤੇ ਗਏ ਨੇ, ਰਿਵੋਕ ਕੀਤੇ ਗਏ ਨੇ, ਤੇ ਮੋਰ ਓਵਰ ਉਹਨਾਂ ਦੇ ਖਿਲਾਫ ਲੁੱਕਆਊਟ ਸਰਕੂਲਰਸ ਜਾਰੀ ਕੀਤੇ ਗਏ ਨੇ ਤਾਂ ਕਿ ਉਹ ਹਿੰਦੁਸਤਾਨ ਦੀ ਕਿਸੇ ਵੀ ਏਅਰਪੋਰਟ ਤੇ ਜਦੋਂ ਆਉਣਗੇ ਤੇ ਉਹਨਾਂ ਨੂੰ ਐਜ਼ ਵੇਅਰ ਇਜ਼ ਬੇਸਿਸ ਤੇ ਉੱਥੇ ਹੀ ਉਹਨਾਂ ਨੂੰ ਡਿਟੇਨ ਕਰ ਲਿਆ ਜਾਏਗਾ। ਤੇ ਇਹ ਤਾਂ ਜਿਹੜੇ ਮੈਟਰੀਮੋਨੀਅਲ 2 ਇਸ਼ੂਜ਼ ਸਭ ਤੋਂ ਵੱਡੇ ਹੈਗੇ ਨੇ। ਤੀਜੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਜਿਹਨੂੰ ਆਪਾਂ ਨੋ ਫਾਲਟ ਡਿਵੋਰਸ ਕਹਿੰਦੇ ਆ ਜਾਂ ਇਰਰੀਟਰੀਵੇਬਲ ਬ੍ਰੇਕਡਾਊਨ ਆਫ ਮੈਰਿਜ ਕਹਿੰਦੇ ਆ, ਇਹ ਕਲੌਜ਼ ਹਿੰਦੂ ਮੈਰਿਜ ਐਕਟ ਦੇ ਵਿੱਚ ਨਹੀਂ ਹੈਗਾ। ਇੱਥੇ ਇੱਕ ਦੂਜੇ ਤੇ ਐਲੀਗੇਸ਼ਨਸ ਲਾਏ ਬਿਨਾ ਜਿਹਨੂੰ ਆਪਾਂ ਕਹਿੰਦੇ ਆ ਵੀ ਡਿਵੋਰਸ ਨਹੀਂ ਹੁੰਦਾ। ਤੇ US ਕੈਨੇਡਾ ਦੇ ਵਿੱਚ ਇਹ ਹੈਗਾ ਵੀ ਠੀਕ ਹੈ ਸਾਡੀ ਨਹੀਂ ਬਣੀ, it is a irretrievable breakdown of marriage and we should part ways ਜੀ। ਹੁਣ ਜਿਹੜਾ ਉਸ ਬੇਸ ਤੇ ਡਿਵੋਰਸ ਹੋਇਆ ਹੁੰਦਾ ਹੈ that is not valid in India। ਉਹ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਨੇ। ਤੇ ਦੂਜੀ ਗੱਲ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਅਨਕੰਟੈਸਟਡ ਡਿਵੋਰਸ, ਈਵਨ ਅਨਕੰਟੈਸਟਡ ਡਿਵੋਰਸ ਜਿਹੜਾ ਹੈਗਾ ਉਹ ਇੰਡੀਆ 'ਚ ਵੈਲਿਡ ਨਹੀਂ ਹੈਗਾ। ਇਟ ਸ਼ੁੱਡ ਹੈਵ ਬੀਨ ਕੰਟੈਸਟਡ, both the parties should have subjected themselves to the jurisdiction of the competent court abroad। ਜੇ voluntarily ਦੋਵਾਂ ਨੇ ਉਸ ਕੋਰਟ ਦੀ jurisdiction ਨੂੰ ਮੰਨਿਆ ਤਾਂ ਉਹ ਡਿਵੋਰਸ ਵੈਲਿਡ ਹੈ, ਅਦਰਵਾਈਜ਼ ਉਹ ਇੰਡੀਆ 'ਚ ਡਿਵੋਰਸ ਵੈਲਿਡ ਨਹੀਂ ਹੈਗਾ। ਇਹ ਵੀ ਇੱਥੇ ਜਿਹੜੀਆਂ ਹੈਗਾ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਜੀ। ਢਿੱਲੋਂ ਸਾਹਿਬ ਇਹਦੇ ਨਾਲ ਅਸੀਂ ਹੋਰ ਕਿਉਂਕਿ ਬਹੁਤ ਵੱਡਾ ਇੱਕ ਮੁੱਦਾ ਹੈਗਾ, ਬਹੁਤ ਵੱਡੇ ਸਵਾਲ ਹੈ ਸਾਡੇ ਕੋਲੇ, ਤਾਂ ਦੋਸਤੋ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਜ਼ਰੂਰ ਸਾਨੂੰ ਮੈਸੇਂਜਰ ਦੇ ਵਿੱਚ ਜਾ ਕੇ ਸਵਾਲ ਪੁੱਛ ਸਕਦੇ ਹੋ। ਤਾਂ ਇਹ ਬਹੁਤ ਵੱਡਾ ਸਵਾਲ ਹੈ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਨਾ ਚਾਹਨਾ ਵੀ ਇਹ ਜਿਹੜੀ ਆਪਾਂ ਡਿਸਪਿਊਟਸ ਦੀ ਗੱਲ ਕੀਤੀ ਜਾਂਦੀ ਹੈ ਜਾਂ ਇੱਥੇ ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ, NRIs ਦੇ ਲਈ ਕੁਝ ਸਪੈਸ਼ਲ ਸਪੀਡੀ ਜਿਹੜਾ ਹੈਗਾ ਇੱਥੇ ਕਾਨੂੰਨ ਵੱਲੋਂ ਕੁਝ ਕੀਤਾ ਜਾਂਦਾ ਹੈ ਜਾਂ ਕੋਰਟਸ ਵੱਲੋਂ ਜਿਹੜਾ ਹੈਗਾ ਐਡੀ ਕੋਈ ਜਜਮੈਂਟ ਹੋ ਗਈ ਹੈ ਵੀ ਇਹ ਸਪੀਡ ਦੇ ਨਾਲ ਕੀਤੀ ਜਾਏਗੀ ਜਾਂ ਉਹ ਬਹੁਤ ਡਿਲੇ ਹੋਏਗਾ, ਜਾਂ ਉਹਨਾਂ ਦੇ ਲਈ ਕੋਈ ਸੈਪਰੇਟ ਜਿਹੜੀ ਹੈਗੀ ਹੈ ਇੱਕ ਵਿੰਗਸ, ਜਿਵੇਂ NRI ਵਿੰਗਸ ਦੀ ਗੱਲ ਕੀਤੀ ਜਾਂਦੀ ਹੈ ਨਾ, ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਸੁਣਨ ਦੇ ਵਿੱਚ ਆਉਂਦਾ, ਆਮ ਲੋਕਾਂ ਨੂੰ ਪਤਾ ਹੈਗਾ NRI ਵਿੰਗਸ ਦੇ ਬਾਰੇ ਵਿੱਚ, ਤਾਂ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਵੀ NRIs ਦਾ ਕਿਤੇ ਨਾ ਕਿਤੇ ਸਪੀਡੀ ਜਾਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਂਦਾ ਵੀ ਹਾਂ ਤੁਹਾਡਾ ਜਿਹੜਾ ਆਉਣ ਜਾਣ ਦੇ ਚੱਕਰ ਨੂੰ ਬਚਾਉਣ ਦੇ ਲਈ ਇਹ ਐਫਰਟਸ ਕੀਤੀਆਂ ਜਾਂਦੀਆਂ ਨੇ, ਕੁਝ ਅਲੱਗ ਉੱਥੇ ਪਲੇਟਫਾਰਮ ਹੈਗਾ ਉਹਨਾਂ ਲਈ। ਦੇਖੋ ਜੇ ਤਾਂ ਆਪਾਂ ਗੱਲ ਕਰੀਏ ਜੀ ਸਿਵਲ ਲਿਟੀਗੇਸ਼ਨ ਦੀ, ਸਿਵਲ ਲਿਟੀਗੇਸ਼ਨ ਦੇ ਵਿੱਚ ਰੈਂਟ ਦੇ ਵਿੱਚ ਤਾਂ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇੱਕ ਅਮੈਂਡਮੈਂਟ ਕੀਤੀ ਗਈ ਸੀਗੀ NRIs ਵਾਸਤੇ ਜੀ। ਉਹਦੇ 'ਚ ਇਹ ਸੀਗਾ ਕਿ ਜਿਹੜਾ ਇੱਕ ਸਮਰੀ ਪ੍ਰੋਸੀਜਰ ਫੋਲੋ ਕੀਤਾ ਜਾਏਗਾ ਇੱਕ NRIs ਦੀ ਬਿਲਡਿੰਗ ਕੋਈ ਰੈਂਟ ਐਕਟ ਦੇ ਥੱਲੇ ਟੈਨੈਂਟ ਤੋਂ ਖਾਲੀ ਕਰਾਉਣ ਵਾਸਤੇ। ਤੇ ਆਮ ਚੀਜ਼ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਸੀਗਾ। ਇੱਕ NRI ਓਨਰ ਦੀ ਜਿਹੜੀ ਬਿਲਡਿੰਗ ਹੈਗੀ ਹੈ, ਚਾਹੇ ਉਹ ਸ਼ਾਪ ਹੈ ਚਾਹੇ ਮਕਾਨ ਹੈਗਾ ਹੈ, ਤੇ ਉਹ ਜਿਹੜਾ ਹੈਗਾ ਇੱਕ ਸਮਰੀ ਪ੍ਰੋਸੀਜਰ ਦੇ ਹਿਸਾਬ ਨਾਲ ਬਹੁਤ ਇੱਕ ਕੁਇਕ, ਇੱਕ ਬਹੁਤ ਸ਼ਾਰਟ ਟਾਈਮ ਦੇ ਵਿੱਚ ਉਹ ਜਿਹੜਾ ਹੈਗਾ ਤੁਸੀਂ ਉਹਨੂੰ ਖਾਲੀ ਕਰਵਾ ਸਕਦੇ ਹੋ। ਇਹ ਇੱਕ ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ। ਹੁਣ ਜੋ ਆਪਾਂ ਗੱਲ ਕਰੀਏ ਜੀ ਜਿਹੜੇ ਬਾਕੀ ਆਪਣੇ ਸਿਵਲ ਮੈਟਰਸ ਹੈਗੇ ਨੇ, ਦੇਖੋ ਕੁਝ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ
NRI ਕੋਰਟਸ ਐਸਟੈਬਲਿਸ਼ ਕੀਤੀਆਂ ਗਈਆਂ ਨੇ ਜਿਹੜੀਆਂ ਸਿਰਫ NRI ਮੈਟਰਸ ਹੀ ਹੈਂਡਲ ਕਰਨਗੀਆਂ, ਤੇ ਜਿੱਥੇ ਤੱਕ ਮੇਰਾ ਖਿਆਲ ਹੈਗਾ ਵੀ ਇਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਬਣਾਈਆਂ ਜਾਣਗੀਆਂ, ਤੇ ਵੈਰੀ ਸੂਨ ਵੀਲ ਬੀ ਹੈਵਿੰਗ ਅ NRI ਕੋਰਟ ਇਨ ਐਵਰੀ ਡਿਸਟ੍ਰਿਕਟ। ਇਹ ਨਹੀਂ ਹੈਗਾ ਤੇ ਹੋਣਾ ਚਾਹੀਦਾ ਹੈਗਾ, ਤੇ ਇਹਨਾਂ 'ਚ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈਗਾ ਉਹ ਕਾਫੀ ਫਾਸਟ ਹੈਗਾ, ਕਿਉਂਕਿ ਇਹ ਸਿਰਫ NRI ਕੇਸਿਸ ਹੀ ਹੈਂਡਲ ਕਰਦੇ ਨੇ। ਹੁਣ ਜਿਵੇਂ ਆਪਾਂ ਗੱਲ ਕਰੀਏ ਜੀ ਇਹਦੇ NRI ਵਿੰਗ ਦੀ ਪੰਜਾਬ ਪੁਲਿਸ ਦੀ, ਤੇ ਬਹੁਤ ਹੀ ਕਾਬਿਲ ਅਫਸਰ ਨੇ, ਮੈਨੂੰ ਲੱਗਦਾ ਰਾਏ ਸਾਹਿਬ ਨੇ ਜਿਹੜੇ IG NRI ਵਿੰਗ ਹੈਗੇ ਨੇ, ਬਹੁਤ ਹੀ ਕਾਬਿਲ ਅਫਸਰ ਨੇ, ਤੇ ਇਹਨਾਂ ਦਾ ਜਿਹੜਾ ਇੱਥੇ ਤੱਕ ਇਹ ਹੈਗਾ ਵੀ ਤੁਹਾਡੀ ਈਮੇਲਸ ਦਾ ਵੀ ਇਹ ਜਵਾਬ ਦਿੰਦੇ ਨੇ, ਉਹਨਾਂ ਨੂੰ ਸੀਰੀਅਸਲੀ ਲੈਂਦੇ ਨੇ, ਤੇ ਇਹਨਾਂ ਨੇ ਕਾਫੀ ਚੰਗਾ ਕੰਮ ਕਰਦੇ ਨੇ। ਬਟ ਕਿਤੇ ਜਾ ਕੇ ਗ੍ਰਾਸਰੂਟ ਲੈਵਲ ਤੇ ਫਲੋ ਰਹਿ ਜਾਂਦਾ, ਮੈਂ ਇਹ ਨਹੀਂ ਕਹਾਂਗਾ ਨਹੀਂ ਰਹਿੰਦਾ। ਗ੍ਰਾਸਰੂਟ ਲੈਵਲ ਤੇ ਕਈ ਵਾਰ, ਕਿਉਂਕਿ ਗ੍ਰਾਸਰੂਟ ਲੈਵਲ ਤੇ ਜਿਹੜੇ ਆਪਣੇ ਪੁਲਿਸ ਮੁਲਾਜ਼ਮ ਹੈਗੇ ਨੇ, ਬਹੁਤ ਸਾਰਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ, ਜਿਹੜਾ ਆਪਾਂ ਕਹਿੰਦੇ ਆ ਵੀ ਗ੍ਰੇ ਏਰੀਆ ਬਿਟਵੀਨ ਇੰਡੀਅਨ ਲਾਅ ਐਂਡ ਫੋਰਨ ਲਾਅ, ਉਹ ਕਿਤੇ ਫਲੋ ਰਹਿ ਜਾਂਦਾ ਹੈ। ਬਟ ਇਹ ਫੇਰ ਵੀ ਜਿਹਨਾਂ ਕਹਿੰਦਾ ਚੰਗਾ ਕੰਮ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜਾ NRI ਕਮਿਸ਼ਨ ਦੀ ਮੈਂ ਤੁਹਾਨੂੰ ਗੱਲ ਕੀਤੀ ਸੀਗੀ, NRI ਕਮਿਸ਼ਨ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਹੈਗੀਆਂ ਨੇ, ਦੇ ਆਰ ਕੁਆਇਟ ਹੈਲਪਫੁਲ। ਤੇ ਇਹ ਜਿਹੜਾ ਹੈਗਾ ਵੀ ਇਹਨਾਂ ਦੀ ਰਿਕਮੈਂਡੇਸ਼ਨ ਤੇ ਜਿਹੜੇ FIR ਰਜਿਸਟਰ ਹੁੰਦੀਆਂ ਨੇ, ਜਾਂ FIR ਦੇ ਖਿਲਾਫ ਆਪਾਂ ਜਾਂਦੇ ਹਾਂ, ਜਾਂ ਕਿਸੇ ਸਿਵਲ ਮੈਟਰ 'ਚ ਇਹ ਰਿਕਮੈਂਡ ਕਰਦੇ ਨੇ, ਉਹਨੂੰ ਸੀਰੀਅਸਲੀ ਲਿੱਤਾ ਜਾਂਦਾ ਹੈ, ਤੇ ਇਹਦੇ ਨਾਲ ਵੀ ਕਾਫੀ ਸਮੇਂ ਦੀ ਬੱਚਤ ਹੁੰਦੀ ਹੈ, ਤੇ NRIs ਨੂੰ ਇਨਸਾਫ ਮਿਲਣ ਦਾ ਜਿਹੜੇ ਹੈਗਾ ਉਹ ਕਾਫੀ ਟਾਈਮ ਤੇ ਜਿਹੜੀ ਟੈਨਿਓਰ ਹੈਗੀ ਹੈ ਉਹ ਕਾਫੀ ਸ਼ਾਰਟ ਹੋ ਜਾਂਦੀ ਹੈ। ਜੀ ਬਿਲਕੁਲ, ਇਹ ਇੱਕ NRIs ਦੀ ਗੱਲ ਕੀਤੀ ਜਾਵੇ, ਕਿਉਂਕਿ ਆਪਾਂ ਮਨ ਦੇ ਵਿੱਚ ਇਹ ਹੁੰਦਾ ਇੱਕ ਫਸਟ ਸਟੈਪ ਦੀ ਗੱਲ ਹੁੰਦੀ ਹੈ, ਚਾਹੇ ਮੈਟਰੀਮੋਨੀਅਲ ਡਿਸਪਿਊਟ ਹੋ ਗਏ, ਚਾਹੇ ਜ਼ਮੀਨਾਂ ਨੂੰ ਲੈ ਕੇ ਹੋ ਗਏ, ਜਾਂ ਕਿਸੇ ਵੀ ਤਰ੍ਹਾਂ ਦਾ ਡਿਸਪਿਊਟ ਹੈ। ਇੱਕ ਮੈਂ ਆਪਣਾ ਐਕਸਪੀਰੀਅੰਸ ਦੀ ਗੱਲ ਕਰਦਾ ਵੀ ਇੱਕ ਬੰਦਾ ਇਸ ਚੀਜ਼ ਤੋਂ ਸਟੈਪ ਕਰਨ ਤੋਂ ਡਰਦਾ, ਜਾਂ ਫਿਰ ਉਹਨਾਂ ਨੂੰ ਸਟੈਪ ਦਾ ਪਤਾ ਨਹੀਂ ਹੁੰਦਾ, ਕਿਉਂਕਿ ਹਰ ਇੱਕ ਕੰਟਰੀ ਦੇ ਲਾਅ ਐਂਡ ਆਰਡਰ ਅਲੱਗ-ਅਲੱਗ ਹੁੰਦਾ, ਤੇ ਉਹਨਾਂ ਦੇ ਲਈ ਸਰ ਇਨੀਸ਼ੀਅਲ ਸਟੇਜ ਕੀ ਹੁੰਦੀ ਆ ਵੀ ਉਹ ਜਿਹੜਾ ਸਟਾਰਟਿੰਗ ਹੈਗੀ ਹੈ ਅਲੱਗ-ਅਲੱਗ ਡਿਸਪਿਊਟ ਦੇ ਵਿੱਚ, ਉਹ ਸਟਾਰਟਿੰਗ ਕਿਸ ਕੰਟੈਕਟ ਵੀ ਰਾਈਟ ਪਰਸਨ ਕੌਣ ਹੁੰਦਾ ਇਹਨਾਂ ਚੀਜ਼ਾਂ ਦੇ ਲਈ ਰਿਐਕਟ ਕਰਨ ਦੇ ਲਈ, ਜਾਂ ਉਹ ਕਿੱਦਾਂ ਮਾਨਯ ਹਾਈ ਕੋਰਟ ਦੇ ਵਿੱਚ ਆਣ, ਸੁਪਰੀਮ ਕੋਰਟ ਦੇ ਵਿੱਚ ਆਣ, ਜਾਂ ਲੋਅਰ ਕੋਰਟ ਦੇ ਵਿੱਚ ਆਣ। ਜੇਕਰ ਕਿਸੇ ਅਲੱਗ-ਅਲੱਗ ਤਰ੍ਹਾਂ ਦੇ ਡਿਸਪਿਊਟ ਹੈਗੇ ਨੇ, ਉਹਨਾਂ ਦੀ ਕੰਸਲਟੇਸ਼ਨ ਹੈਗੀ ਹੈ ਜਿਹੜੀ ਉਹ ਕਿੱਥੋਂ ਕੀਤੀ ਜਾ ਸਕਦੀ ਹੈ ਸਰ? ਵੀ ਉਹ ਜਿਹੜਾ ਕਿੱਦਾਂ ਦਾ ਕੇਸ ਹੈਗਾ, ਮੈਂ ਕਿੱਦਾਂ ਦੇ ਕੇਸ ਦਾ ਪਰਸਿਊ ਕਰ ਸਕਦਾ, ਕਿੱਦਾਂ ਮੈਂ ਸਟਾਰਟਅਪ ਕਰ ਸਕਦਾ, ਉਹਨੇ ਕੋਈ ਕੰਸਲਟੇਸ਼ਨ ਲੈਣੀ ਹੈ, ਉਹ ਕਿੱਦਾਂ ਸਟਾਰਟਅਪ ਕਰ ਸਕਦੇ ਨੇ? ਦੇਖੋ ਜੀ, ਜਿਹੜਾ ਕਲਾਇੰਟ ਦਾ ਤੇ ਲਾਇਰ ਦਾ ਰਿਲੇਸ਼ਨ ਹੈਗਾ ਉਹ ਬੜਾ ਇੱਕ ਸੀਕ੍ਰੇਟ ਰਿਲੇਸ਼ਨ ਹੈਗਾ, ਕਿਉਂਕਿ ਕਲਾਇੰਟ ਖੁੱਲ ਕੇ ਆਪਣੇ ਦਿਲ ਦੀ ਸਾਰੀ ਗੱਲ ਦੱਸ ਦਿੰਦਾ ਹੈ ਆਪਣੇ ਲਾਇਰ ਨੂੰ, ਤੇ ਅੱਗੇ ਲਾਇਰ ਦਾ ਫਰਜ਼ ਬਣਦਾ ਵੀ ਉਸ ਕੌਨਫੀਡੈਂਸ ਨੂੰ, ਉਸ ਟਰਸਟ ਨੂੰ ਬਣਾ ਕੇ ਰੱਖਣਾ। ਠੀਕ ਹੈ ਜੀ। ਤੇ ਇਹਦੇ 'ਚ ਕੀ ਹੁੰਦਾ ਹੈ ਕਿ ਜਿਹੜੇ ਤਾਂ ਕ੍ਰਿਮੀਨਲ ਮੈਟਰਸ ਨੇ, ਕਈਆਂ ਤੋਂ ਤਾਂ ਅਸੀਂ ਸਟ੍ਰੇਟ ਅਵੇ ਪੁਲਿਸ ਨੂੰ ਕੰਪਲੇਂਟ ਦੇਣੀ ਹੁੰਦੀ ਹੈ। ਜੇ ਪੁਲਿਸ ਤੁਹਾਡੀ ਸੁਣਵਾਈ ਨਹੀਂ ਕਰਦੀ, ਫਿਰ ਤੁਸੀਂ 156(3) ਜਿਹੜਾ ਹੈਗਾ ਉਹਦੇ ਤਹਿਤ ਇੱਕ ਕੰਪਲੇਂਟ ਕੇਸ ਫਾਈਲ ਕਰ ਸਕਦੇ ਹੋ ਕੋਰਟ 'ਚ। ਉਹ ਕੋਰਟ ਦੀਆਂ ਰეკਮੈਂਡੇਸ਼ਨਸ ਤੇ ਫਿਰ FIR ਰਜਿਸਟਰ ਕੀਤੀ ਜਾ ਸਕਦੀ ਹੈ। ਤੀਜੀ ਆਪਸ਼ਨ ਜਿਹੜੀ ਹੈਗੀ, ਅਸੀਂ ਸਟ੍ਰੇਟ ਅਵੇ NRI ਕਮਿਸ਼ਨ ਦੇ ਵਿੱਚ ਇੱਕ ਕੰਪਲੇਂਟ ਫਾਈਲ ਕੀਤੀ ਜਾ ਸਕਦੀ ਹੈ, ਤੇ ਉਹਦੇ 'ਚ ਜਿਹੜਾ NRI ਕਮਿਸ਼ਨ ਦੀਆਂ ਰეკਮੈਂਡੇਸ਼ਨਸ ਹੈਗੀਆਂ ਨੇ ਉਹਨਾਂ ਤੇ FIR ਦਰਜ ਕੀਤੀ ਜਾ ਸਕਦੀ ਹੈ। ਇਹ ਤਾਂ ਜੀ ਆਪਣੇ ਕ੍ਰਿਮੀਨਲ ਮੈਟਰਸ ਜੀ। ਉਸ ਤੋਂ ਬਾਅਦ ਆਪਣੇ ਜਿਹੜੇ ਸਿਵਲ ਮੈਟਰਸ ਹੈਗੇ ਨੇ, ਸਿਵਲ ਮੈਟਰਸ ਜਿਹੜੇ ਤਾਂ ਜੀ ਹੈਗੇ ਨੇ ਰਿਲੇਟਡ ਪ੍ਰੋਪਰਟੀ ਜਾਂ ਟੈਨੈਂਸੀ ਜਾਂ ਰੈਂਟ, ਇਹ ਜਿਹੜੇ ਹੈਗੇ ਤੁਹਾਡੇ ਜਿੱਥੇ ਤੁਹਾਡੀ ਜ਼ਮੀਨ ਜਾਇਦਾਦ ਸਿਚੁਏਟਡ ਹੈਗੀ ਹੈ ਉਸ ਤਹਿਸੀਲ ਦੇ ਕੋਰਟ ਤੋਂ ਸ਼ੁਰੂ ਹੋਣਾ ਜੀ। ਸਭ ਤੋਂ ਪਹਿਲਾਂ ਤੁਸੀਂ ਇੰਸਟੀਚਿਊਟ ਜਿਹੜਾ ਸੂਟ ਕਰਨਾ ਹੈ ਉਹ ਉੱਥੇ ਕਰਨਾ ਹੈ ਜੀ, ਕਿਉਂ ਤੁਹਾਡੀ ਜਿਹੜੀ ਜ਼ਮੀਨ ਦੀ ਜੂਰਿਸਡਿਕਸ਼ਨ, ਉਹਦੀ ਕੋਰਟ ਦੀ ਜੂਰਿਸਡਿਕਸ਼ਨ ਹੈਗੀ ਆ, ਉਹਦੇ ਵਿੱਚ ਤੁਹਾਡੀ ਜ਼ਮੀਨ ਫਾਲ ਕਰਨੀ ਚਾਹੀਦੀ ਹੈ ਜੀ। ਤੇ ਇਸ ਕਰਕੇ ਉਹਦੇ ਵਾਸਤੇ ਵੀ ਤੁਹਾਨੂੰ ਜਿਹੜਾ ਹੈਗਾ ਵੀ ਯੂ ਹੈਵ ਟੂ ਕੰਸਲਟ ਅ ਲਾਇਰ। ਤੁਹਾਡਾ ਲਾਇਰ ਟਰਸਟਡ ਹੋਵੇ, ਤੁਹਾਨੂੰ ਆਪਣੇ ਲਾਇਰ ਤੇ ਟਰਸਟ ਹੋਵੇ, ਤੁਹਾਡਾ ਲਾਇਰ ਜਿਹੜਾ ਹੈਗਾ ਹੀ ਸ਼ੁੱਡ ਹੈਵ ਦੈਟ ਐਂਪਲ ਅਮਾਊਂਟ ਆਫ ਨੌਲੇਜ ਰਿਗਾਰਡਿੰਗ ਲਾਜ਼ ਆਫ ਬੋਥ ਦ ਕੰਟਰੀਜ਼। ਠੀਕ ਹੈ ਜੀ। ਹੁਣ ਮੈਂ ਇੱਕ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਜੀ। ਛੋਟਾ ਜਿਹਾ ਐਗਜ਼ਾਮਪਲ ਇਹ ਹੈਗਾ ਜੀ, NRIs ਕੈਨ ਨਾਟ ਪਰਚੇਜ਼ ਐਗਰੀਕਲਚਰਲ ਲੈਂਡ ਇਨ ਇੰਡੀਆ। ਠੀਕ ਹੈ ਜੀ। ਹੁਣ ਇਨਹੈਰਿਟ ਤਾਂ ਆਪਾਂ ਕੀਤੀ ਹੋਈ ਹੈ, ਦੈਟ ਇਜ਼ ਦੇਅਰ, ਤੇ ਇਹ ਕਈ ਵਾਰ ਬਿਨਾਂ ਡਿਸਕਲੋਜ਼ ਕੀਤੇ ਤੇ ਇਹ ਇੱਥੇ ਆਪਣੇ ਭਰਾ ਆ ਕੇ ਤੇ ਲੈਂਡ ਖਰੀਦ ਲੈਂਦੇ ਨੇ, ਹੂ ਆਰ ਨਾਟ ਆਲਰੇਡੀ ਹੈਵਿੰਗ ਲੈਂਡ ਹੇਅਰ। ਉਹ ਬਾਹਰੋਂ ਆਉਂਦੇ ਨੇ ਤੇ ਐਗਰੀਕਲਚਰ ਲੈਂਡ ਪਰਚੇਸ ਕਰ ਦਿੰਦੇ ਨੇ।
ਐਜ਼ ਪਰ ਫੇਮਾ ਜੀ। ਐਂਡ ਜਿਹੜੇ ਫੇਮਾ ਗਾਈਡਲਾਈਨਸ ਨੇ, ਆਰਬੀਆਈ ਗਾਈਡਲਾਈਨਸ ਨੇ ਵੀ NRIs ਕੈਨ ਜੀ। ਨਾਟ ਬਾਏ ਐਗਰੀਕਲਚਰਲ ਲੈਂਡ। ਹੁਣ ਕਈ ਬਹੁਤ ਸਾਰੇ ਜਿਹੜੇ ਇਹੋ ਜਿਹੇ ਜੀ। ਤਹਿਸੀਲ ਲੈਵਲ ਤੇ ਲੋਕਾਂ ਨੂੰ ਈਵਨ ਤੇ ਜਿਹੜੇ ਤਹਿਸੀਲਦਾਰ ਵਗੈਰਾ ਹੁੰਦੇ ਨੇ ਉਹ ਇਹ ਚੀਜ਼ ਨੂੰ ਨਿਗਲੈਕਟ ਕਰ ਦਿੰਦੇ ਨੇ, ਜਿਹੜੀ ਲੇਟਰ ਸਟੇਜ ਤੇ ਆ ਕੇ ਕਾਫੀ ਹਾਰਮਫੁਲ ਹੋ ਜਾਂਦੀ ਹੈ। ਈਵਨ ਅਸੀਂ ਖੁਦ ਜੀ। ਕਈ ਇਹੋ ਜਿਹੀਆਂ ਰਜਿਸਟ੍ਰੇਸ਼ਨ ਡੀਡਸ, ਸੇਲ ਡੀਡਸ ਨੇ ਜਿਹੜੀਆਂ ਸੈੱਟ ਅਸਾਈਡ ਕਰਵਾਈਆਂ ਨੇ, ਕਿਉਂਕਿ ਇਹਨਾਂ ਨੇ ਇਲੀਗਲੀ ਜਿਹੜੀ ਹੈਗੀ ਆ ਇਹ ਲੈਂਡ ਪਰਚੇਸ ਕੀਤੀ ਸੀਗੀ। ਸੋ ਦੇ ਹੈਵ ਟੂ, ਤੁਹਾਨੂੰ ਜਿਹੜੀ ਨੌਲੇਜ ਹੈਗੀ ਹੈ ਦੈਟ ਹੈਜ਼ ਟੂ, ਯੋਰ ਲਾਇਰ ਸ਼ੁੱਡ ਹੈਵ ਐਂਪਲ ਨੌਲੇਜ। ਮੈਂ ਇਹ ਚੀਜ਼ ਤੇ ਜ਼ਿਆਦਾ ਸਟ੍ਰੈਸ ਕਰਾਂਗਾ। ਜੀ ਬਿਲਕੁਲ, ਤੁਹਾਡੇ ਤੋਂ ਇੱਕ ਮੈਸੇਜ ਜ਼ਰੂਰ ਲਵਾਂਗਾ ਪ੍ਰੋਗਰਾਮ ਦੇ ਲਾਸਟ ਦੇ ਵਿੱਚ। ਤਾਂ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਗੁਰਦੀਪਿੰਦਰ ਸਿੰਘ ਢਿੱਲੋਂ ਜੀ ਸਾਡੇ ਨਾਲ ਐਡਵੋਕੇਟ ਐਂਡ ਲੀਗਲ ਕੰਸਲਟੈਂਟ ਜੁੜੇ ਹੋਏ ਨੇ। ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਾਡੇ ਮੋਹਾਲੀ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਣਾ ਕੀਮਤੀ ਸਮਾਂ ਲੈ ਕੇ ਬੈਠੇ ਨੇ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਸਾਨੂੰ ਮੈਸੇਂਜਰ ਦੇ ਥਰੂ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਇਹਨਾਂ ਨਾਲ ਡਾਇਰੈਕਟਲੀ ਕੰਟੈਕਟ ਵੀ ਕਰ ਸਕਦੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਦੋਸਤੋ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅਲੱਗ-ਅਲੱਗ ਟੌਪਿਕਸ ਦੇ ਉੱਤੇ ਗੱਲਬਾਤ ਕੀਤੀ ਜਾਵੇ। ਕਿਹਨਾਂ ਟੌਪਿਕਸ ਦੇ ਉੱਤੇ ਗੱਲਬਾਤ ਕੀਤੀ ਜਾਵੇ ਸਾਡੇ ਦਰਸ਼ਕ ਸਾਨੂੰ ਜ਼ਰੂਰ ਗਾਈਡ ਕਰਦੇ ਨੇ। ਸਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਇਸ ਪਲੇਟਫਾਰਮ ਦੇ ਉੱਤੇ ਅਸੀਂ ਕਿਸੇ ਨੂੰ ਗਲਤ ਜਾਂ ਕਿਸੇ ਨੂੰ ਸਹੀ ਨਹੀਂ ਠਹਿਰਾਉਂਦੇ ਦੋਸਤੋ। ਸਾਡੇ ਐਕਸਪਰਟ ਆਪਣਾ ਐਕਸਪੀਰੀਅੰਸ, ਆਪਣੀ ਨੌਲੇਜ ਤੁਹਾਡੇ ਤੱਕ ਸ਼ੇਅਰ ਕਰਦੇ ਹਨ। ਸ਼ਾਇਦ ਉਹ ਨੌਲੇਜ ਜਾਂ ਐਕਸਪੀਰੀਅੰਸ ਤੁਹਾਡੇ ਤੱਕ ਕਿਸੇ ਨਾ ਕਿਸੇ ਢੰਗ ਦੇ ਨਾਲ ਤੁਹਾਨੂੰ ਫਾਇਦਾ ਦੇ ਸਕੇ, ਜਾਂ ਮੇਰੀਆਂ ਗੱਲਾਂ ਨੇ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਨਾਲ ਜਿਹੜੇ ਹੈਗੇ ਨੇ ਆਪਣੀਆਂ ਗੱਲਾਂ ਸ਼ੇਅਰ ਕਰਦਾ। ਤਾਂ ਢਿੱਲੋਂ ਸਰ ਵੀ ਤੁਸੀਂ ਕੀ ਮੈਸੇਜ ਦੇ ਤੌਰ ਤੇ ਸਾਡੇ ਦਰਸ਼ਕਾਂ ਨੂੰ 1-2 ਮਿੰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਦੇਖੋ ਹਨੀ ਜੀ, ਮੇਰਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਇੱਕ ਮੈਸੇਜ NRI ਭਰਾਵਾਂ ਨੂੰ ਹੈਗਾ ਵੀ ਜਿੱਥੇ ਤੱਕ ਅਵੋਇਡ ਕੀਤਾ ਜਾ ਸਕਦਾ ਹੈ ਲਿਟੀਗੇਸ਼ਨ ਨੂੰ ਅਵੋਇਡ ਕਰਨਾ ਚਾਹੀਦਾ ਹੈ, ਠੀਕ ਹੈ। ਬਟ ਇਫ ਨੀਡ ਬੀ, ਜਦੋਂ ਵੈਨ ਇਟ ਇਜ਼ ਇੰਪੋਜ਼ਡ ਅਪਨ ਯੂ, ਜਦੋਂ ਤੁਹਾਨੂੰ ਲਿਟੀਗੇਸ਼ਨ 'ਚ ਵੀ ਤੁਸੀਂ ਫਸ ਹੀ ਗਏ ਹੋ, ਦੈਨ ਯੂ ਸ਼ੁੱਡ ਫਾਈਂਡ ਦ ਰਾਈਟ ਪੀਪਲ ਟੂ ਹੈਂਡਲ ਯੋਰ ਲਿਟੀਗੇਸ਼ਨ ਨੀਡਸ, ਠੀਕ ਹੈ ਜੀ। ਤੇ ਇਹਦੇ 'ਚ ਵੀ ਇੱਕ ਜਿਹੜਾ ਹੈਗਾ ਤੁਸੀਂ ਆਪਣੇ ਟਰਸਟਡ ਬੰਦਿਆਂ ਨਾਲ ਹੀ ਆਪਣੀਆਂ ਜਿਹੜੀਆਂ ਹੈਗੀਆਂ ਸੀਕ੍ਰੇਟਸ, ਆਪਣੀਆਂ ਜਿਹੜੀਆਂ ਟਾਕਸ ਨੇ, ਆਪਣੇ ਡਾਕੂਮੈਂਟਸ ਨੇ, ਉਹ ਸ਼ੇਅਰ ਕਰੋ ਤੇ ਬੀ ਹੈਪੀ ਐਂਡ ਬੀ ਹੈਲਦੀ। ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ ਹੈ। ਅਸੀਂ ਦੋਸਤੋ ਕੋਸ਼ਿਸ਼ ਕਰਦੇ ਰਵਾਂਗੇ ਸਰ ਤੋਂ ਟਾਈਮ ਲੈ ਕੇ ਉਹਨਾਂ ਨੂੰ ਅਸੀਂ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕਰਦੇ ਰਹੀਏ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਅਸੀਂ ਇੰਨਾ ਕੁ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਕੋਈ ਸਵਾਲ ਹੈਗਾ ਅਸੀਂ ਕੌਨਫੀਡੈਂਸ਼ੀਅਲ ਤੁਹਾਡੀ ਜਿਹੜੀ ਹੈਗੀ ਆ ਨਾਮ ਨੂੰ ਰੱਖਾਂਗੇ। ਅਸੀਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਤੁਸੀਂ ਪੁੱਛਣਾ ਚਾਹੁੰਦੇ ਹੋ, ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਨੂੰ ਬੁਲਾਵਾਂਗੇ, ਤੁਹਾਡੇ ਪੁੱਛੇ ਗਏ ਸਵਾਲ ਸਾਰੇ ਇਹਨਾਂ ਦੇ ਨਾਲ ਕਲੀਅਰ ਕਰਾਂਗੇ। ਤੁਸੀਂ ਡਾਇਰੈਕਟਲੀ ਵੀ ਮਨ ਦੇ ਵਿੱਚ ਕੋਈ ਸਵਾਲ ਹੈਗਾ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਬਾਕੀ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਵਧੇਰੇ ਹੋਰ ਦੇਖਣ ਦੇ ਲਈ, ਲਗਾਤਾਰ ਦੇਖਣ ਦੇ ਲਈ ਸਾਡਾ ਹਨੀ ਵਾਲੀਆ ਸ਼ੋਅ ਨੂੰ ਤੁਸੀਂ ਫੇਸਬੁੱਕ ਪੇਜ ਨੂੰ ਲਾਈਕ ਕਰ ਲਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਰੋਜ਼ਾਨਾ ਕਿਹੜੇ-ਕਿਹੜੇ ਸ਼ੋਅਜ਼ ਸਾਡੇ ਆ ਰਹੇ ਨੇ। ਉਸ ਤੋਂ ਇਲਾਵਾ ਸਾਡੇ ਇੰਸਟਾਗ੍ਰਾਮ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਹਨੀ ਵਾਲੀਆ ਸ਼ੋਅਜ਼, HUNNY ਹਨੀ ਵਾਲੀਆ ਸ਼ੋਅਜ਼। ਰੋਜ਼ਾਨਾ ਅਸੀਂ ਸਵੇਰੇ 8 ਵਜੇ ਐਡਮਿੰਟਨ ਦੇ ਟਾਈਮ ਤੇ ਰਾਤ ਦੇ 8 ਵਜੇ ਐਡਮਿੰਟਨ ਦੇ ਟਾਈਮ ਦੇ ਉੱਤੇ ਤੁਹਾਡੇ ਨਾਲ ਜੁੜ ਕੇ ਅਲੱਗ-ਅਲੱਗ ਟੌਪਿਕਸ ਦੇ ਉੱਤੇ ਗੱਲਾਂ ਬਾਤਾਂ ਕਰੀਦੀਆਂ ਨੇ। ਤੁਹਾਡਾ ਇੱਕ ਦਫਾ ਫੇਰ ਧੰਨਵਾਦ ਕਰਦਾ ਇਸ ਪ੍ਰੋਗਰਾਮ ਤੇ ਜੁੜਨ ਦੇ ਲਈ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।